ਹੈਲੋ एवरीवन, स्वागत है ਤੁਹਾਡਾ ਆਪਣੇ YouTube ਚੈਨਲ 3K ਲਰਨਿੰਗ ਤੇ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣੇ ਜਨਰਲ ਨੌਲੇਜ ਦੇ ਟੌਪਿਕ ਨੰਬਰ 4 ਸਿੱਖ ਗੁਰੂਜ਼ ਦੇ ਉੱਪਰ, ਜਿਹਦੀਆਂ ਕਿ 3 ਪਾਰਟਸ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਇਹ ਆਪਣੀ ਵੀਡੀਓ ਦਾ 4th ਤੇ ਲਾਸਟ ਪਾਰਟ ਹੋਏਗਾ, ਜਿਹਦੇ ਵਿੱਚ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਾਜਨਾ ਅਤੇ ਸ਼ਖਸੀਅਤ ਉੱਤੇ ਪ੍ਰੋਪਰ ਡਿਸਕਸ਼ਨ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤਾਂ ਕਿ ਬਾਕੀ ਸਟੂਡੈਂਟਸ ਤੱਕ ਵੀ ਵੀਡੀਓ ਜਿਹੜੀ ਆ ਉਹ ਪਹੁੰਚ ਸਕੇ। ਸ਼ੁਰੂ ਕਰਦੇ ਹਾਂ ਆਪਣੇ ਟੌਪਿਕ ਨੂੰ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਅਤੇ ਸਿੱਖ ਧਰਮ ਦੇ ਆਖਰੀ ਦੇ ਧਾਰੀ ਗੁਰੂ ਸਨ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਦਾ ਕਾਰਜ ਕੀਤਾ ਅਤੇ 8 ਉੱਤਰਾਧਿਕਾਰੀਆਂ ਨੇ ਹੌਲੀ ਹੌਲੀ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ, ਪਰ ਉਸ ਕਾਰਜ ਨੂੰ ਸੰਪੂਰਨ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਹੀ ਰਹੇ ਸਨ। ਉਹਨਾਂ ਨੇ 1699 ਵਿੱਚ ਖਾਲਸਾ ਦੀ ਸਾਜਨਾ ਕਰਕੇ ਸਿੱਖ ਮਤ ਨੂੰ ਅੰਤਿਮ ਰੂਪ ਦਿੱਤਾ। ਉਹਨਾਂ ਨੇ ਸਿੱਖਾਂ ਵਿੱਚ ਵਿਸ਼ੇਸ਼ ਦਲੇਰੀ, ਬਹਾਦਰੀ ਅਤੇ ਏਕਤਾ ਦੀ ਭਾਵਨਾ ਉਤਪੰਨ ਕੀਤੀ। ਸੀਮਤ ਸਾਧਨਾ ਅਤੇ ਬਹੁਤ ਥੋੜ੍ਹੇ ਸਿੱਖ ਸੈਨਿਕਾਂ ਦੀ ਸਹਾਇਤਾ ਨਾਲ ਉਹਨਾਂ ਨੇ ਮੁਗਲ ਸਾਮਰਾਜ ਦੇ ਜ਼ੁਲਮਾਂ ਦੇ ਵਿਰੁੱਧ ਟੱਕਰ ਲਈ। ਗੁਰੂ ਜੀ ਨੇ ਜੋਤੀ ਜੱਤ ਸਮਾਨ ਤੋਂ ਪਹਿਲਾਂ ਦੇਹਧਾਰੀ ਗੁਰੂ ਦੀ ਪਰੰਪਰਾ ਖਤਮ ਕਰਕੇ ਗੁਰੂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਨੂੰ ਥਾਪੀ। ਇਸੇ ਲਈ ਉਹਨਾਂ ਵਿੱਚੋਂ ਇੱਕ ਸਮੇਂ ਅਧਿਆਤਮਕ ਨੇਤਾ, ਉੱਚ ਕੋਟੀ ਦਾ ਸੰਗਠਨ ਕਰਤਾ, ਜਮਾਂਦਰੂ ਸੈਨਾ ਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਉੱਤਮ ਸੁਧਾਰਕ ਦੇ ਗੁਣ ਵਿਦਮਾਨ ਸਨ। ਉਹਨਾਂ ਦੇ ਜੀਵਨ, ਖਾਲਸਾ ਦੀ ਸਾਜਨਾ, ਉਹਨਾਂ ਦੀਆਂ ਲੜਾਈਆਂ ਅਤੇ ਉਹਨਾਂ ਦੀ ਸ਼ਖਸੀਅਤ ਦਾ ਵਰਣਨ ਆਪਾਂ ਹੇਠ ਲਿਖੇ ਅਨੁਸਾਰ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਚੰਗੀ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਨੇ ਆਪਣੇ ਪਿਤਾ ਨੂੰ ਸ਼ਹੀਦੀ ਲਈ ਆਪਣੇ ਹੱਥੀਂ ਤੋਰਿਆ ਅਤੇ ਉਹਨਾਂ ਨੇ ਬਹਾਦਰ ਸੈਨਿਕਾਂ ਦੀ ਸਿਰਜਣਾ ਕਰਕੇ ਖਾਲਸਾ ਸਾਜ ਕੇ ਮੁਗਲਾਂ ਦੇ ਜ਼ੁਲਮ ਨਾਲ ਟੱਕਰ ਲਈ। ਭਾਵ ਹੁਣ ਆਪਾਂ ਇਹਦੇ ਵਿੱਚ ਕੀ ਪੜ੍ਹਨਾ ਹੈ, ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪ੍ਰੋਪਰ ਇਨ ਡਿਟੇਲ ਡਿਸਕਸ ਕਰਾਂਗੇ। ਉਹਨਾਂ ਦੀ ਜੀਵਨੀ, ਖਾਲਸਾ ਪੰਥ ਦੀ ਸਾਜਨਾ ਅਤੇ ਹੋਰ ਜਿਹੜੇ ਕਾਰਜ ਉਹਨਾਂ ਨੇ ਕੀਤੇ ਨੇ ਉਹਨਾਂ ਨੂੰ ਆਪਾਂ ਇਨ ਡਿਟੇਲ ਕਰਾਂਗੇ। ਪਰੰਤੂ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਬੇਸਿਕ ਡਿਟੇਲ ਜਿਹੜੀ ਕਿ ਇਹਨਾਂ ਨੋਟਸ ਦੇ ਵਿੱਚ ਨਹੀਂ ਦਿੱਤੀ ਹੋਈ ਤਾਂ ਉਹ ਆਪਾਂ ਨਾਲ ਜ਼ਰੂਰ ਕਰਾਂਗੇ, ਤਾਂ ਕਿ ਆਪਣੇ ਪੇਪਰ ਦੇ ਵਿੱਚ ਅਗਰ ਇਹਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਆਪਾਂ ਉਹਨਾਂ ਨੂੰ ਕਰ ਸਕੀਏ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਯਾਦ ਰੱਖਣਾ ਹੈ ਕਿ ਗੁਰੂ ਜੀ ਦਾ ਜਨਮ 22 ਦਸੰਬਰ 1666 ਈਸਵੀ ਵਿੱਚ ਹੋਇਆ। ਕਿੱਥੇ ਹੋਇਆ ਸੀਗਾ? ਪਟਨਾ, ਬਿਹਾਰ 'ਚ। ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ। ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ। ਠੀਕ ਹੈ। ਪਹਿਲੇ 5 ਸਾਲ ਆਪ ਪਟਨਾ ਵਿੱਚ ਹੀ ਰਹੇ। ਠੀਕ ਹੈ ਜੀ। ਦੇਖੋ ਹੁਣ ਇਹਦੇ ਵਿੱਚ ਆਪਾਂ ਗੱਲ ਕਰੀਏ ਜਨਮ ਅਤੇ ਮਾਤਾ ਪਿਤਾ। ਬੇਸਿਕ ਜਾਣਕਾਰੀ, 22 ਦਸੰਬਰ 1666 ਈਸਵੀ ਦੇ ਵਿੱਚ ਪਟਨਾ, ਬਿਹਾਰ ਦੀ ਰਾਜਧਾਨੀ ਦੇ ਵਿਖੇ ਜਨਮ ਹੋਇਆ। ਮਾਤਾ ਜੀ ਦਾ ਨਾਮ ਗੁਜਰੀ ਸੀ ਅਤੇ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ ਸੀ ਅਤੇ ਇਹ ਉਹਨਾਂ ਦੇ ਇਕਲੌਤੇ ਪੁੱਤਰ ਸਨ। ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਪੂਰਬੀ ਪ੍ਰਦੇਸ਼ਾਂ ਦੀ ਯਾਤਰਾ ਕਰ ਰਹੇ ਸਨ, ਉਸ ਵੇਲੇ ਮਾਤਾ ਗੁਜਰੀ ਜੀ ਆਪਣੇ ਬਾਕੀ ਪਰਿਵਾਰ ਨਾਲ ਪਟਨਾ ਵਿਖੇ ਹੀ ਰੁਕੇ ਹੋਏ ਸਨ। ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਨਵ ਜੰਮੇ ਬਾਲਕ ਦਾ ਨਾਂ ਗੋਬਿੰਦ ਦਾਸ ਰੱਖਿਆ ਗਿਆ। ਕੁਝ ਸਮੇਂ ਮਗਰੋਂ ਉਹਨਾਂ ਨੂੰ ਗੋਬਿੰਦ ਰਾਏ ਵੀ ਕਿਹਾ ਜਾਣ ਲੱਗ ਪਿਆ। ਯਾਨੀ ਕਿ ਇਹ ਯਾਦ ਰੱਖਣਾ ਹੈ ਕਿ ਗੁਰੂ ਜੀ ਦੇ ਨਾਮ ਸਭ ਤੋਂ ਪਹਿਲਾਂ ਕੀ ਸੀਗਾ? ਗੋਬਿੰਦ ਦਾਸ ਕਿਹਾ ਜਾਂਦਾ ਸੀਗਾ ਉਹਨਾਂ ਨੂੰ। ਫਿਰ ਕੁਛ ਟਾਈਮ ਬਾਅਦ ਉਹਨਾਂ ਨੂੰ ਗੋਬਿੰਦ ਰਾਏ ਵੀ ਕਿਹਾ ਜਾਣ ਲੱਗਾ। ਗੋਬਿੰਦ ਰਾਏ ਜੀ ਆਪਣੇ ਜੀਵਨ ਦੇ ਪਹਿਲੇ 5 ਵਰ੍ਹੇ ਪਟਨਾ ਵਿੱਚ ਹੀ ਰਹੇ। ਯਾਨੀ ਕਿ ਜਿਹੜਾ ਉਹਨਾਂ ਦਾ
जन्म है तो जन्म तो 5 साल तक उन्होंने कित्थे निवास किया, पटना दे विच ही निवास किया। ਜਿਹੜੀਆਂ ਜਿਹੜੀਆਂ चीज़ां मैं अंडरलाइन कर रही हाँ या फिर हाईलाइट कर रही हाँ, हाईलाइट वाले टॉपिक पॉइंट नूं तुसीं नोटबुक ते नोट करना है। ठीक है, तो ये वीडियो जिहड़ी सारे स्टूडेंट्स दे लई है जिहड़े भी कंपीटिटिव एग्जाम की तैयारी कर रहे हैं उन्हां दे लई काफ़ी हैल्पफुल रहेगी। तो ETT कैडर प्लस ETT एंट्रेंस एग्जाम वास्ते तो ये वीडियो है ही। ठीक है जी, तो ये की याद रखना है कि उन्हों का जन्म कदों होया, माता जी का नाम, पिता जी का नाम, पहला उन्होंने किस नाम नाल जानिया जाता सीगा, उन्हों का जन्म कित्थे होया सीगा। ठीक है, उस तो बाद कितना टाइम वो पटना दे विच रहे सीगे। क्लीयर, अगे चलते हाँ। फिर उस तो बाद आपां ये वेखना है कि अपने साथियों के नाल वो 2 हिस्सों के विच वंड के उन्होंने जिमें युद्ध करना सिखाते सी ते झगड़ियां दा निपटारा करते सन। तो इस प्रकार नाल वो की करते सीगे कि आपदा जिहड़ा बचपन है उन्होंने बतीत करते सी। सैयद भीखन शाह ने ये वचन किए सीगे कि ये एक दिन मतलब बड़े महापैगंबर बननगे, यानी कि गुरु गोबिंद राय जी के दर्शन करके जदों एक मुसलमान फकीर सैयद भीखन शाह ने ये वचन कर दिते कि एक दिन ये बालक की बनेगा, महापैगंबर बनेगा। ठीक है, उस तो बाद लखनौर विखे दस्तार बंदी की रस्म 1671 दे विच गोबिंद राय जी ने उन्हां दे माता दादी मामा अते होर सिख लखनौर पहुँच गए। इत्थे बालक गोबिंद राय की दस्तारबंदी की रस्म पूरी की गई। उन्होंने जे वड्डे मामे मेहर चंद उन्होंने जे वड्डे मामे मेहर चंद ने उन्होंने सीस उत्ते हरे रंग की पग सजाई। हुण याद रखियो कि गुरु गोबिंद सिंह जी की जिहड़ी दस्तारबंदी है वो कित्थे होई सीगी, लखनौर दे विच होई सीगी। किन्हां ने कीती सीगी, उन्हां दे मामा जी का नाम की है मेहर चंद जी ने उन्हां दे सीस उत्ते की कीता सीगा, हरे रंग की पग सजाई सीगी। ठीक है, ते इस मौके दे उत्ते गोबिंद राय जी दे सुंदर कपड़े ते हथियार सजाए गए सन। सिक्ख्या की गल करते हाँ तो 1672 ईस्वी दे विच श्री गुरु तेग बहादुर जी ने अपने परिवार समेत नानकी चक रहन लगे, यानी कि 5 साल बाद अपने आप ही वो कित्थे आ गए थे, चक नानकी यानी कि आनंदपुर साहब दे विच आ गए। हुण ये भी याद रखना है कि भी उन्हां दा जिहड़ा चक नानकी का दूसरा नाम है वो की है, आनंदपुर साहब है। उत्थे गोबिंद राय जी की सिक्ख्या का उचित प्रबंध किया गया। काजी पीर मुहम्मद उन्होंने फारसी पढ़ाते अते पंडित हरजस उन्होंने संस्कृत का ज्ञान देंदे सन। हुण याद रखना है कि गोबिंद जी नूं काजी पीर मुहम्मद की करवाते सन, फारसी पढ़ाते सन अते पंडित हरजस की करवाते सन, संस्कृत का ज्ञान देंदे सन। फिर राजपूत बजर सिंह ने उन्होंने घोड़सवारी अते अस्त्र शस्त्र चलाउण की सिक्ख्या दी सीगी, यानी कि बजर सिंह द्वारा उन्होंने की सीखा सीगा, घोड़सवारी सीखी सी ते अस्त्र शस्त्र चलाने सीखे। गुरमुखी का ज्ञान उन्होंने भाई साहिब चंद अते भाई सती दास जी ने दिता सीगा। ये भी उन्होंने जिन्होंने बोलते ने दास तो लखनौर विखे ही लैना शुरू करता सी जदों वो आपदे जदों उन्हां दी दस्तारबंदी हुई सीगी उदों तो ही। ठीक है, अगे गल करते हाँ गुरु गद्दी की प्राप्ति अते पिता जी की शहीदी। इत्थे याद रखते हाँ मई 1675 विच कश्मीरी पंडितां दा एक जत्था गुरु तेग बहादुर जी कोल पहुंचिया सी। उन्होंने गुरु जी नूं कश्मीरी पंडितां उत्ते हो रहे मुगल अत्याचारां बारे दस्सिया। उन्हां दी सारी गल सुन के गुरु जी ने कहा कि इस वेले किसी महान बली की लोड़ है। तो ये सुन के आप जी ने गल कही कि भी तुहाडे तो वड्डा महान पुरुष कौन हो सकता है। अपने पुत्र के मूँह ये शब्द सुन के गुरु तेग बहादुर जी ने की कीता सी, बली देण दा निश्चय कर लिया सी। गुरु तेग बहादुर जी गोबिंद राय नूं गुरगद्दी सौंप के अपने साथियों के नाल दिल्ली चल पे। रास्ते दे विच पैंदे पिंड मलकपुर विच उन्हां नूं कैद कर लिया गया। ये भी याद रखना है कि गुरु तेग बहादुर जी नूं कित्थे कैद किया गया, मलकपुर दे विच कैद किया गया। तो 11 नवंबर 1675 ईस्वी नूं उन्हां गुरु जी नूं अते उन्हां दे साथियों नूं चांदनी चौक विखे की कर दिता गया, शहीद कर दिता गया। कुछ दिनों मगरों भाई जैता उन्हां दा सीस यानी कि उन्हां दा पूरा नाम सीगा
भाई जीवन सिंह रंगरेटा उन्हों का सीस लैके कीरतपुर साहब पहुँचे सन। ये भी जरूर याद रखना इंपॉर्टेंट बनता है कि गुरु तेग बहादुर जी का सीस कौन लैके आए सन, भाई जेता जी लैके आए थे, यानी कि भाई जीवन सिंह रंगरेटा। ये वेख के गुरु जी ने जो गुरु जी ने उस सीने गुरु जी ने उसनों सीने नाल ला के गया कि रंगरेटा गुरु के बेटे, यानी कि रंगरेटे गुरु के बेटे उन्होंने शब्द वरते सन। उस तो बाद आनंदपुर विखे जाके गुरु तेग बहादुर जी के सीस का की किया गया सीगा, संस्कार किया गया सीगा। ते इस गल नूं भी आपां अच्छे तरीके नाल याद रखना है। इंपॉर्टेंट पॉइंट्स जिहड़े है मैं नाल दी नाल अंडरलाइन कर रही हाँ, जिन्हां नूं तुसीं आपदी नोटबुक ते नोट करना है ते अपने नोट्स जिहड़े ने आपदी ही लैंगुएज विच बनाने हैं। अगे गल करते हाँ गुरु साहब जी का विआह। कुछ विद्वान गुरु गोबिंद सिंह जी दियां 3 तो माता सुंदरी अते माता साहेब कौर दसदे हैं, पर कुछ विद्वान इस नूं इक्को ही औरत दे नाम मनदे हैं। माता जीतो जी का दूजा जन्म माता सुंदरी अते अमृत छकन तो बाद तीजा नाम उन्हां दा माता साहेब कौर होया सी। यानी कि कुछ लोग तो मनते हैं कि भी इन्हां दी जिहड़ियां 3 वाइफ सीगियां, पर कुछ लोग ये मनते हैं कि भी 3 वाइफ नहीं सीगियां, इक्को ही वाइफ दे 3 नाम सीगे। परंतु ये मतभेद हाले भी जिहड़ा पाया जाता है। गुरु जी दे 4 सपुत्र सन जिन्हां नूं साहिबजादे कहा जाता सीगा। उन्हां दे नाम बाबा अजीत सिंह, बाबा जुझार सिंह, बाबा जोरावर सिंह अते बाबा फतेह सिंह सीगा। यानी कि ये याद रखना है कि गुरु जी दे 4 सपुत्र सन जिन्हां नूं आपां की कहने हाँ साहिबजादे कहने हाँ। साहिबजादियां दा नाम जरूर याद रखना है, भुलना नहीं हैगा। सैना दा संगठन करना। सैना दा संगठन सिख धर्म की रक्षा करने दे लई किरपाल चंद ने गुरु साहब नूं सैना दा संगठन करना जरूरी समझा है। इसलिए उसने गुरु जी वालों ऐलान कर दिता कि जिस सिख दे 4 पुत्र होण उन्हां विचों 2 पुत्र गुरु साहिबान की सैना दे विच भर्ती कराए। सिखां नूं यह हुक्म भी दिते गए कि होर वस्तुआं की थां उन्हां नूं घोड़े ते शस्त्र भेंट करन। सिट्टे वजों छेती ही गुरु साहब कोल अणगिणत सैनक अते युद्ध समग्री जिहड़ी है इकट्ठी हो गई। गुरु जी दे राजसी चिन्ह अते शानदार दरबार। गुरु गोबिंद राय जी ने अपने दादा गुरु हरगोबिंद जी वांग राजसी चिन्ह ही अपनाए सन। वो अपनी दस्तार ते कलगी सजाते सन अते वो राजगद्दी वांग उच्चे आसन ते बिरजमान हुंदे सन। अपने सिखां दे दीवान सुंदर अते कीमती तंबूआं विच लगाउण लगे। उन्होंने दलेर सिख सैनिकों के नाल अपने कोल हाथी घोड़े भी रखने शुरू किए अते उन्होंने आनंदपुर के जंगलों में शिकार खेडन भी जाते रहे। उन्होंने एक नारा बनाया उन्होंने एक नगाड़ा बनाया जिसका नाम की सीगा रणजीत नगाड़ा। ये इंपॉर्टेंट है ये विचों। बाकी ऊपर जिहड़ा है उहदे चों कोई क्वेश्चन नहीं निकल के आएगा। क्वेश्चन निकल के आएगा कि गुरु जी दे नगारे का की नाम है, तो याद रखना है रणजीत नगाड़ा। अगे गल करते हाँ पौंटा साहब विखे गुरु जी का कारज। आनंदपुर साहब विचलियां गुरु गोबिंद राय दियां कार्रवाइयां बिलासपुर के राजा भीम नूं चंगियां नहीं सन लगदियां। इसलिए किसी न किसी बहाने गुरु जी नाल लड़ना चाहता सी, पर गुरु जी उस नाल लड़ के अपनी सैनिक शक्ति नहीं सी गवाउणा चाहते। इसलिए वो नाहन के राजा मेदकी प्रकाश के सदे ते नाहन राज विच चले गए। नाहन राज के प्रदेश विच जमुना नदी के कंढे गुरु साहब ने एक सुंदर अते एकांत थां चुन लई जिसका नाम की रखा गया पौंटा रखा, जिसका मतलब सी पैर रखन की थां। तो गुरु जी ने इत्थे 52 कवि रखे। इत्थे कवियां अते गुरु जी ने अपनी साहित्यक रचना रच के साहित्य का ढेर सारा वाधा किया। अपने सिखां नूं मानसिक तौर पर तैयार करने लई उन्होंने रामायण अते महाभारत के अनुवाद भी करवाए। उन्होंने अपने सिखां नूं घोड़सवारी तीर कमान चलाउण अते तलवार की वरतों करनी भी सिखाई। गुरु साहब ने सडोरा दे पीर बुद्धू शाह के कहण ते 500 पठाना की फौज भी अपनी सैना दे विच मिला लई। यानी कि हुण इहदे विच छोटी छोटी चीज़ां ने जिन्हां आपां याद रखना है, जिहड़ियां कि मैं अंडरलाइन कर दित्तियां हन, हाईलाइट कीतियां होईयां हन।
ਅੱਗੇ ਚੱਲਦੇ ਹਾਂ ਖਾਲਸਾ ਸਾਜਨ ਤੋਂ ਪਹਿਲਾਂ ਦੀਆਂ ਲੜਾਈਆਂ। ਹੁਣ ਦੇਖੋ ਦੋ ਪ੍ਰਕਾਰ ਦੀਆਂ ਲੜਾਈਆਂ ਨੇ। ਇੱਕ ਹੁੰਦੀ ਹੈ ਪੂਰਬ ਖਾਲਸਾ ਦੀਆਂ ਲੜਾਈਆਂ ਅਤੇ ਇੱਕ ਹੁੰਦੀਆਂ ਨੇ ਉੱਤਰ ਖਾਲਸਾ ਦੀਆਂ ਲੜਾਈਆਂ। ਯਾਨੀ ਕਿ ਖਾਲਸਾ ਸਾਜਨਾ ਤੋਂ ਪਹਿਲਾਂ ਕੁਝ ਲੜਾਈਆਂ ਹੁੰਦੀਆਂ ਨੇ, ਫਿਰ ਖਾਲਸਾ ਦੀ ਸਾਜਨਾ ਤੋਂ ਬਾਅਦ ਕੁਝ ਲੜਾਈਆਂ ਹੁੰਦੀਆਂ ਨੇ, ਅਤੇ ਇਹਨਾਂ ਨੂੰ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ। ਤਾਂ ਆਪਾਂ ਇਹਨਾਂ ਨੂੰ ਅਲੱਗ ਹੀ ਯਾਦ ਰੱਖਣਾ ਹੈ ਕਿ ਖਾਲਸਾ ਦੀ ਸਾਜਨਾ ਤੋਂ ਪਹਿਲਾਂ ਕਿਹੜੀਆਂ ਲੜਾਈਆਂ ਨੇ ਅਤੇ ਖਾਲਸਾ ਦੀ ਸਾਜਨਾ ਤੋਂ ਬਾਅਦ ਕਿਹੜੀਆਂ ਲੜਾਈਆਂ ਨੇ। ਖਾਲਸਾ ਸਾਜਨ ਤੋਂ ਪਹਿਲਾਂ ਗੋਬਿੰਦ ਰਾਏ ਜੀ ਨੂੰ 1668 ਦੇ ਵਿੱਚ ਭੰਗਾਣੀ ਦੀ ਜੰਗ ਲੜਨੀ ਪਈ। ਹੁਣ ਆਪਾਂ ਨੂੰ ਇਹ ਯਾਦ ਰੱਖਣਾ ਹੈ ਕਿ ਭੰਗਾਣੀ ਦੀ ਜੰਗ ਕਦੋਂ ਹੋਈ ਸੀਗੀ? 1668 ਦੇ ਵਿੱਚ ਹੋਈ ਸੀਗੀ। ਉਸ ਲੜਾਈ ਵਿੱਚ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ਸੀਗਾ। ਹੁਣ ਇਹ ਵੀ ਯਾਦ ਰੱਖਣਾ ਹੈ ਕਿ ਭੰਗਾਣੀ ਦੀ ਜੰਗ ਦੇ ਵਿੱਚ ਗੁਰੂ ਜੀ ਨੇ ਕਿਸ ਨੂੰ ਹਰਾਇਆ ਸੀ। ਅੱਗੇ ਗੱਲ ਕਰਦੇ ਹਾਂ, ਉਸ ਲੜਾਈ ਵਿੱਚ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ਸੀ। ਗੁਰੂ ਜੀ ਦੀ ਪਹਿਲੀ ਅਤੇ ਮਹੱਤਵਪੂਰਨ ਇਹ ਜਿੱਤ ਸੀਗੀ। ਇਸ ਜਿੱਤ ਤੋਂ ਬਾਅਦ ਗੁਰੂ ਜੀ ਮੁੜ ਅਨੰਦਪੁਰ ਆ ਗਏ ਅਤੇ ਉੱਥੇ ਉਹਨਾਂ ਨੇ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਨਾਮੀ 4 ਕਿਲ੍ਹਿਆਂ ਦੀ ਉਸਾਰੀ ਕੀਤੀ। ਹੁਣ ਇਹ ਵੀ ਯਾਦ ਰੱਖਣਾ ਹੈ ਇਹਦੇ ਵਿੱਚ ਕਿ ਗੁਰੂ ਸਾਹਿਬ ਨੇ ਕਿਹੜੇ ਕਿਲ੍ਹਿਆਂ ਦੀ ਉਸਾਰੀ ਕੀਤੀ ਸੀਗੀ? ਤਾਂ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ। ਤਾਂ ਇਹ 4 ਆਪਾਂ ਕਿਲ੍ਹੇ ਵੀ ਯਾਦ ਰੱਖਣੇ ਹਨ। ਅਤੇ ਇਹ ਵੀ ਯਾਦ ਰੱਖਣਾ ਹੈ ਕਿ ਸਭ ਤੋਂ ਪਹਿਲੀ ਲੜਾਈ ਜਿਹੜੀ ਸੀਗੀ ਖਾਲਸਾ ਤੋਂ ਪਹਿਲੇ ਦੀ, ਉਹ ਕਿਹੜੀ ਸੀ? 1668 ਦੀ ਸੀਗੀ, ਜਿਹਨੂੰ ਆਪਾਂ ਭੰਗਾਣੀ ਦਾ ਜੰਗ ਕਹਿੰਦੇ ਹਾਂ। ਅਤੇ ਇਹ ਕਿਹਦੇ ਨਾਲ ਹੋਈ ਸੀਗੀ? ਰਾਜਾ ਫਤਿਹ ਸ਼ਾਹ ਨਾਲ ਹੋਈ ਸੀ ਅਤੇ ਉਹਦੇ ਸਾਥੀਆਂ ਨੂੰ ਹਰਾਇਆ ਸੀਗਾ। ਜਦੋਂ ਮੁਗਲ ਸਮਰਾਟ ਔਰੰਗਜ਼ੇਬ ਨੂੰ ਦੱਖਣ ਵਿੱਚ ਗੋਬਿੰਦ ਰਾਏ ਜੀ ਦੀ ਵੱਧਦੀ ਹੋਈ ਸ਼ਕਤੀ ਦਾ ਸਮਾਚਾਰ ਮਿਲਿਆ ਤਾਂ ਉਸ ਨੇ 1694 ਈਸਵੀ ਨੂੰ ਪੰਜਾਬ ਦੇ ਹਾਕਮਾਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੇ ਖਿਲਾਫ ਕੀ ਕਰੋ? ਯੁੱਧ ਛੇੜ ਦੇਣ। ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਨੇ ਆਪਣੇ ਪੁੱਤਰ ਖਾਨਜ਼ਾਦ ਰੁਸਤਮ ਖਾਨ ਨੂੰ ਗੁਰੂ ਜੀ ਦੇ ਖਿਲਾਫ ਭੇਜਿਆ ਅਤੇ ਸਿੱਖਾਂ ਨੇ ਉਸ ਨੂੰ ਹਰਾ ਦਿੱਤਾ। ਖਾਨਜ਼ਾਦ ਰੁਸਤਮ ਦੀ ਅਸਫਲਤਾ ਮਗਰੋਂ 1696 ਦੇ ਵਿੱਚ ਆਰੰਭ ਵਿੱਚ ਕਾਂਗੜਾ ਦੇ ਪ੍ਰਦੇਸ਼ ਦੇ ਫੌਜਦਾਰ ਹੁਸੈਨ ਖਾਨ ਨੇ ਗੁਰੂ ਜੀ ਦੇ ਖਿਲਾਫ ਭੇਜਿਆ ਗਿਆ, ਪਰ ਉਹ ਪਹਾੜੀ ਰਾਜਿਆਂ ਨਾਲ ਹੀ ਉਲਝਿਆ ਰਹਿ ਗਿਆ। ਫਿਰ ਉਸ ਤੋਂ ਬਾਅਦ ਸ਼ਹਿਜ਼ਾਦਾ ਮੁਜ਼ਮ ਨੇ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਦੀ ਸ਼ਕਤੀ ਨੂੰ ਕੁਚਲਣ ਲਈ ਚਾਲੇ ਪਾਏ। ਉਹ ਪਹਾੜੀ ਰਾਜਿਆਂ ਨੂੰ ਕੁਚਲਣ ਲਈ ਸਫਲ ਤਾਂ ਹੋ ਗਿਆ, ਪਰ ਸ਼ਹਿਜ਼ਾਦਿਆਂ ਨੇ ਗੁਰੂ ਜੀ ਦੇ ਖਿਲਾਫ ਸ਼ਹਿਜ਼ਾਦੇ ਨੇ ਗੁਰੂ ਜੀ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ। ਇਹਦੇ ਵਿੱਚੋਂ ਕੋਈ ਵੀ ਜਿਹੜਾ ਇੰਪੋਰਟੈਂਟ ਨਹੀਂ ਹੈਗਾ, ਆਹ ਵਾਲਾ ਕਰਨ ਦੀ ਜ਼ਰੂਰਤ ਨਹੀਂ ਹੈ। ਇਹਦੇ ਵਿੱਚੋਂ ਕੁਐਸਚਨ ਨਹੀਂ ਬਣ ਕੇ ਆਉਂਦਾ। ਇਹਦੇ ਵਿੱਚ ਯਾਦ ਰੱਖਣਾ, ਖਾਲਸਾ ਦੀ ਸਾਜਨਾ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਗੁਰੂ ਗੋਬਿੰਦ ਰਾਏ ਜੀ ਨੇ ਖਾਲਸਾ ਦੀ ਸਾਜਨਾ ਕੀਤੀ ਅਤੇ ਉਹਨਾਂ ਨੇ ਉਹਨਾਂ ਨੇ ਅੰਮ੍ਰਿਤ ਤਿਆਰ ਕਰਕੇ 5 ਪਿਆਰੇ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਦੀ ਚੋਣ ਕੀਤੀ। ਹੁਣ ਇਹ ਜ਼ਰੂਰ ਯਾਦ ਰੱਖਣੇ ਨੇ ਨਾਮ, ਇਹ ਪੰਜੋ ਦੇ ਪੰਜੋ ਨਾਮ ਤੁਹਾਨੂੰ ਭੁੱਲਣੇ ਨਹੀਂ ਚਾਹੀਦੇ। ਪੇਪਰ ਦੇ ਵਿੱਚ ਨਾ ਕਈ ਵਾਰੀ ਕ੍ਰੋਨਿਕਲ ਆ ਜਾਂਦਾ ਹੈ, ਯਾਨੀ ਕਿ ਪੰਜਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਨਾਮ ਜਿਹੜਾ ਗਲਤ ਦਿੱਤਾ ਹੋਇਆ ਹੁੰਦਾ ਹੈ। ਕਈ ਵਾਰੀ ਇਹ ਪੁੱਛ ਲੈਂਦੇ ਆ ਕਿ ਪੰਜਾਂ ਦੇ ਵਿੱਚੋਂ ਇੱਕ ਕਿਹੜਾ ਗਲਤ ਹੈ। ਠੀਕ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਇਹਦੇ ਨਾਲ ਹੋਰ ਇੰਪੋਰਟੈਂਟ ਚੀਜ਼ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇਹ ਕਰ ਸਕਦੇ ਹੋ ਕਿ ਇਹਦੇ ਵਿੱਚ ਐਵੇਂ ਲਿਖ ਸਕਦੇ ਹੋ ਕਿ ਜਿਹੜੇ ਭਾਈ ਦਇਆ ਰਾਮ ਸੀਗੇ ਉਹ ਲਾਹੌਰ ਤੋਂ ਸਨ। ਭਾਈ ਧਰਮ ਸਿੰਘ ਜਿਹੜੇ ਸੀ ਉਹ ਦਿੱਲੀ ਤੋਂ ਸਨ। ਭਾਈ ਹਿੰਮਤ ਜੀ ਉਹ ਜਗਨਨਾਥ ਤੋਂ ਸਨ। ਭਾਈ ਮੋਹਕਮ ਸਿੰਘ ਜੀ ਉਹ ਦਵਾਰਕਾ ਤੋਂ ਸੀਗੇ। ਭਾਈ ਸਾਹਿਬ ਸਿੰਘ ਬਿਦਰ ਤੋਂ ਸਨ। ਠੀਕ ਹੈ ਜੀ। ਅੱਗੇ ਸ਼ੁਰੂ ਕਰਦੇ ਆਪਾਂ। ਉਹਨਾਂ ਨੇ ਫਿਰ ਕੀ ਕੀਤਾ ਸੀਗਾ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਤੇ
ਅੰਮ੍ਰਿਤ ਉਹਨਾਂ ਨੂੰ ਛਕਾ ਕੇ ਕੀ ਕੀਤਾ ਸੀਗਾ, ਆਪਦੇ ਨਾਮ ਮਗਰ ਸਿੰਘ ਸ਼ਬਦ ਦੀ ਵਰਤੋਂ ਕੀਤੀ ਸੀਗੀ ਅਤੇ ਬਾਕੀਆਂ ਨੂੰ ਵੀ ਸਿੰਘ ਸ਼ਬਦ ਦੀ ਵਰਤੋਂ ਕਰਨ ਦੇ ਲਈ ਕਿਹਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਉਹਨਾਂ ਦਾ ਨਾਮ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਹੋ ਗਿਆ ਸੀਗਾ। ਫਿਰ ਅੱਗੇ ਚੱਲਦੇ ਹਾਂ, ਉੱਤਰ ਕਾਲ ਦੀਆਂ ਲੜਾਈਆਂ। ਹੁਣ ਇਹਦੇ ਵਿੱਚੋਂ ਨਾ ਐਵੇਂ ਯਾਦ ਰੱਖਣਾ ਹੈ ਕਿ ਇਸ ਤੋਂ ਪਹਿਲਾਂ ਜਿਹੜੀਆਂ ਨੇ ਨਾ, ਕਿਉਂਕਿ ਆਪਣੇ ਜਿਹੜਾ ਖਾਲਸੇ ਦੀ ਸਾਜਨਾ ਹੋਈ ਸੀਗੀ 1699 ਦੇ ਵਿੱਚ ਹੋਈ ਸੀ, ਤਾਂ ਇਸ ਤੋਂ ਪਹਿਲਾਂ 2 ਲੜਾਈਆਂ ਹੋਈਆਂ ਸੀਗੀਆਂ। 1668 ਦੀ ਲੜਾਈ ਹੈ ਅਤੇ ਇੱਕ ਹੈਗੀ ਹੈ 1690 ਦੀ। 1668 ਦੀ ਲੜਾਈ ਹੈ ਭੰਗਾਣੀ ਦੀ ਲੜਾਈ ਅਤੇ 1690 ਦੀ ਹੈ ਨਾਦੌਨ ਦੀ ਲੜਾਈ। ठीक है जी। उस तो बाद अगे आंदा है पूर्व खालसा दी जड़ियाँ लड़ाइयाँ आदियाँ है, ठीक है, यानी कि उत्तर खालसा कह सकते हाँ, पूर्व खालसा कह सकते हाँ। उस तो बाद खालसा की साजना तो बाद काल जड़ा है वो उत्तर खालसा काल कहांदा है। तुसी इस बुक अकॉर्डिंग ही चलियो। आप इहदे विच की कीता सीगा, अपने जदों 2 तरह के सी, खालसा साजन तो पहलां दियां लड़ाइयाँ, उस तो बाद आंदा है खालसा साजन तो बाद दियां लड़ाइयाँ। खालसा साजन तो पहलां दियां लड़ाइयाँ दे विच आपां डिस्कस कर लिया। उस तो बाद हुण आपां चलांगे बाद वालियां। बाद वालियां नूं की किया जाता है, उत्तर खालसा काल किया जाता है, जिहदे विचों 1701 की लड़ाई जिहड़ी है वो आनंदपुर साहिब का पहला युद्ध है। 1702 निरमोह का युद्ध है। 1702 दे विच फिर एक बसौली का युद्ध है। 1704 आनंदपुर की दूजी लड़ाई। उस तो बाद 1705 दे विच चमकौर साहिब का युद्ध जिहड़ा है वो हुंदा है। सिर्फ तुसी एवें ही याद रखना है कि भी ये युद्ध किहड़े किहड़े हैं, इन डिटेल करन दी जरूरत नहीं है, ठीक है। उस तो बाद खिदराना तो गुरु जी तलवंडी साबो चले गए, उत्थे वो दखन वाल चले गए। गुरु जी का ज्योति जोत समाना। गुरु गोबिंद सिंह जी सितंबर 1708 विच नंदेड़ विखे पहुँचे। उत्थे उन्हां दी जिहड़ी मुलाकात है वो माधो दास नूं नाल होई, जिन्हां नूं उन्हां ने बंदा बहादुर बना के किते भेजिया, पंजाब दे विच भेजिया। सरहिंद दे फौजदार ने 2 पठानां नूं गुरु साहब की हत्या करन दे लई नंदेड़ भेजिया सी। वो कदे कदे गुरु जी दे दरबार विच जांदे। एक दिन शामी उन्हां विचों एक पठान नूं चित मौका मिल गया। उस वेले गुरु जी दे निजी सेवक सौ गया सी, जिहदे करके जदों गुरु जी सो रहे सन तो उस पठान ने मौका देख के उन्हां दे पेट विच छूरा मार खोब दिता। एक बार तां ये जख्म ठीक हो गया, पर बाद विच कमान दा चिल्ला चढ़ाउण समय ये जख्म फिर विगड़ गया, जिहदे करके 7 अगस्त 1708 दे विच वो जिहड़े ज्योति जोत समा गए। हुण आपां गल करदे हाँ खालसा दी सिरजना 1699। 1699 दी विसाखी वाले दिन गुरु गोबिंद राय जी ने खालसा की सिरजना की। सिख इतिहास दे विच ये काफ़ी वड्डा घटना मनी जाती है। इस घटना की होंद विच आउणा जां खालसा की साजना के कुछ कारण भी सी, यानी कि की कारण सीगे कि खालसा नूं बनाया गया। पहला तो हैगा सी कि पहले 9 गुरुआं दे सिख मत दे विकास कार्य करन दे लई आपां ये चीज़ की, मतलब खालसा की साजना हुई। औरंगजेब दे हिंदुआं ते अत्याचार वध गए सीगे, जिहदे करके उन्होंने खत्म करन दे लई खालसा की साजना की गई। पहाड़ियां राजियां ते निर्भर ना रहन करके, यानी कि आपदा ही जिहड़ा जिन्होंने बोलते भी संगठन चलाने के लिए आपां खालसा की साजना की। फिर उस तो बाद जाति प्रथा का बंधन जिहड़ा है उन्होंने खत्म करने के लिए खालसा की साजना हुई। गुरु साहब के जीवन का उद्देश्य गुरु गोबिंद राय जी ने अपने जीवन कथा बचित्र नाटक विच लिखते हैं कि उन्होंने जीवन का उद्देश्य संसार विच धर्म प्रचार करना, संतां की रक्षा